ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ, ਮੈਂ ਬਲਜਿੰਦਰ ਕੌਰ ਵੋਕੇਸ਼ਨਲ ਟ੍ਰੇਨਰ। ਬੱਚੇ ਅੱਜ ਆਪਾਂ ਯੂਨਿਟ 1 ਲੈਵਲ 3 ਯੂਨਿਟ ਦੇ ਬਾਰੇ ਗੱਲ ਕਰਾਂਗੇ, ਜਿਸ ਦੇ ਵਿੱਚ ਆਪਾਂ ਪੜ੍ਹਾਂਗੇ ਐਟੀਕੇਟ ਐਂਡ ਹੌਸਪੀਟੇਬਲ ਕੰਡਕਟ। ਐਟੀਕੇਟਸ ਦੇ ਬਾਰੇ ਪੜ੍ਹਾਂਗੇ, ਹੌਸਪੀਟੈਲਿਟੀ ਦੇ ਬਾਰੇ ਪੜ੍ਹਾਂਗੇ, ਆਪਣੀ ਬਾਡੀ ਪੋਸਚਰਸ ਦੇ ਬਾਰੇ ਪੜ੍ਹਾਂਗੇ। ਇਹਨਾਂ ਸਾਰੇ ਟੌਪਿਕਸ ਬਾਰੇ ਆਪਾਂ ਅੱਜ ਡਿਸਕਸ ਕਰਾਂਗੇ। तो ਜਿਹੜਾ ਆਪਣਾ ਫਰਸਟ ਜੋ ਹੈ ਉਹ ਹੈ ਅੰਡਰਸਟੈਂਡ ਦ ਮੀਨਿੰਗ, ਕੰਪੋਨੈਂਟਸ ਐਂਡ ਗੋਲ ਆਫ ਹੌਸਪੀਟੈਲਿਟੀ। ਆਪਾਂ ਸਭ ਤੋਂ ਪਹਿਲਾਂ ਪੜ੍ਹਾਂਗੇ ਹੌਸਪੀਟੈਲਿਟੀ ਦਾ ਮੀਨਿੰਗ ਅਤੇ ਉਹਦੇ ਨਾਲ ਜੁੜੇ ਹੋਏ ਕੰਪੋਨੈਂਟਸ ਅਤੇ ਉਹਦਾ ਗੋਲ ਕੀ ਆ। ਦੈਨ ਡਿਸਕ੍ਰਾਈਬ ਦ ਇੰਪੋਰਟੈਂਸ ਆਫ ਬਿਹੇਵੀਅਰਲ, ਪਰਸੋਨਲ ਐਂਡ ਹੌਸਪੀਟੈਲਿਟੀ ਐਟੀਕੇਟ। ਹੌਸਪੀਟੈਲਿਟੀ ਐਟੀਕੇਟਸ ਦੇ ਬਾਰੇ ਪੜ੍ਹਾਂਗੇ। ਲਰਨ ਹਾਈ ਡਿਗਰੀ ਪ੍ਰੋਫੈਸ਼ਨਲ ਕਮਿਊਨੀਕੇਸ਼ਨ, ਕਿਸ ਤਰ੍ਹਾਂ ਦੀ ਅਸੀਂ ਜਿਹੜੀ ਕਮਿਊਨੀਕੇਸ਼ਨ ਆ ਉਹ ਯੂਜ਼ ਕਰਨੀ ਆ। ਐਂਡ ਰਿਸਪੈਕਟ ਫॉर ਪ੍ਰੋਫੈਸ਼ਨਲ ਡੀਲਿੰਗ, ਅਤੇ ਕਿਸ ਹਿਸਾਬ ਦੇ ਨਾਲ ਅਸੀਂ ਆਪਣੇ ਗੈਸਟ ਦੇ ਨਾਲ ਡੀਲ ਕਰਨਾ। ਪ੍ਰੋਵਾਈਡ ਇਨਸਾਈਟ ਟੂ ਕਸਟਮਰ ਸੈਟਿਸਫੈਕਸ਼ਨ ਐਂਡ ਲੋਇਲਟੀ, ਕਸਟਮਰ ਨੂੰ ਅਸੀਂ ਕਿਸੇ ਹਿਸਾਬ ਨਾਲ ਸੈਟਿਸਫਾਈ ਕਰਨਾ। ਇਹ ਸਾਰੀ ਚੀਜ਼ਾਂ ਬਾਰੇ ਅੱਜ ਅਸੀਂ ਪੜ੍ਹਾਂਗੇ। ਸੋ ਫਸਟ ਆਫ ਆਲ ਆਪਾਂ ਦੇਖਣਾ ਹੈ ਕਿ ਹੌਸਪੀਟੈਲਿਟੀ ਹੁੰਦੀ ਕੀ ਹੈ। Hospitality from service to experience, understanding the role of people in the tourism business. Hospitality ਦਾ ਮਤਲਬ ਹੁੰਦਾ ਹੈ ਆਓ ਭਗਤ ਕਰਨੀ। ਅਸੀਂ ਕਿਸੇ ਹਿਸਾਬ ਦੇ ਨਾਲ ਆਪਣੇ ਜਿਹੜੇ ਗੈਸਟ ਨੇ ਉਹਨਾਂ ਦਾ ਵੈਲਕਮ ਕਰਨਾ। ਹੌਸਪੀਟੈਲਿਟੀ ਦੀ ਜ਼ਰੂਰਤ ਕਿਉਂ ਹੈ? ਹੌਸਪੀਟੈਲਿਟੀ ਜੋ ਹੈ ਉਹਦਾ ਫੋਕਸ ਮੇਨ ਕਿਹੜੀਆਂ ਚੀਜ਼ਾਂ ਦੇ ਉੱਪਰ ਹੁੰਦਾ? ਹੌਸਪੀਟੈਲਿਟੀ ਦਾ ਫੋਕਸ ਹੁੰਦਾ ਫੂਡ ਉੱਪਰ, ਡਰਿੰਕ ਜੋ ਅਸੀਂ ਗੈਸਟ ਨੂੰ ਪ੍ਰੋਵਾਈਡ ਕਰਦੇ ਹਾਂ, ਐਂਡ ਅਕੋਮੋਡੇਸ਼ਨ। ਇਹ ਜਿਹੜੀਆਂ ਸਾਰੀਆਂ ਸਰਵਿਸਿਜ਼ ਨੇ ਇਹਦੇ ਵਿੱਚ ਅਸੀਂ ਹੌਸਪੀਟੈਲਿਟੀ ਨਾਲ ਹੀ ਡੀਲ ਕਰਦੇ ਹਾਂ। ਦੈਨ ਡੈਫੀਨੇਸ਼ਨ ਕੀ ਆ ਹੌਸਪੀਟੈਲਿਟੀ ਦੀ? ਅ ਕੰਟੈਂਪਰੇਰੀਅਸ ਹਿਊਮਨ ਐਕਸਚੇਂਜ ਵਿਚ ਇਜ਼ voluntarily entered into and designed to enhance the mutual well-being of the parties concerned through the provision of accommodation and or food and or drink। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਹਦੇ ਵਿੱਚ ਅਸੀਂ ਅਕੋਮੋਡੇਸ਼ਨ ਦੇ ਨਾਲ ਡੀਲ ਕਰਦੇ ਹਾਂ, ਫੂਡ ਐਂਡ ਡਰਿੰਕਸ ਦੇ ਨਾਲ। ਆਪਣੇ ਆਈਡੀਆਜ਼ ਜੋ ਹੈ, ਆਪਣੇ ਜੋ ਵੈਲਿਊਜ਼ ਨੇ ਉਹ ਐਕਸਚੇਂਜ ਕਰਨਾ ਆਪਣੇ ਗੈਸਟ ਦੇ ਨਾਲ। ਹੌਸਪੀਟੈਲਿਟੀ ਇੰਡਸਟਰੀ ਹੁੰਦੀ ਕੀ ਹੈ? ਬੱਚੇ ਇਹ ਸਭ ਤੋਂ ਫਾਸਟੈਸਟ ਗਰੋਇੰਗ ਸੈਕਟਰ ਆ ਪ੍ਰੈਜ਼ੈਂਟ ਟਾਈਮ ਦੇ ਵਿੱਚ। ਦ ਇਕੋਨਮੀ ਆਫ ਅਵਰ ਟਾਈਮ ਟੂਡੇ, ਅਤੇ ਜਿਹੜੀ ਇਕੋਨਮੀ ਆ, ਜੋ ਸਾਨੂੰ ਪੈਸਾ, ਉਹ ਇਸ ਸੈਕਟਰ ਤੋਂ ਬਹੁਤ ਜ਼ਿਆਦਾ ਆਉਂਦਾ। ਅ ਮਲਟੀ ਬਿਲੀਅਨ ਡਾਲਰ ਐਂਟਰਪ੍ਰਾਈਜ਼, ਇਹ ਕਈ ਬਿਲੀਅਨ ਡਾਲਰਸ ਦੀ ਜੋ ਔਰਗੇਨਾਈਜੇਸ਼ਨ ਹੈ, ਇੰਡਸਟਰੀ ਹੈ। Diverse enough for people to work in different areas of interest and still be employed within the industry। ਇਸ 'ਚ ਕੀ ਹੈ, ਸਾਨੂੰ ਇੰਪਲੋਇਮੈਂਟ ਅਪਰਚੁਨਿਟੀਜ਼ ਵੀ ਬਹੁਤ ਮਿਲਦੀਆਂ ਨੇ ਹੌਸਪੀਟੈਲਿਟੀ ਇੰਡਸਟਰੀ ਦੇ ਵਿੱਚ, ਬਿਕਾਜ਼ ਦੇਰ ਆਰ ਨੰਬਰ ਆਫ ਹੋਟੇਲਸ ਨੇ ਐਂਡ ਰੈਸਟੋਰੈਂਟਸ ਨੇ, ਜਿਹਦੇ ਵਿੱਚ ਕੋਈ ਵੀ ਪਰਸਨ ਜੋ ਹੈ ਜਿਹਦੇ ਕੋਲ ਸਕਿੱਲਸ ਹੈਗੀਆਂ ਨੇ, ਉਹ ਇੱਥੇ ਆਪਣੇ ਇੰਟਰਸਟ ਦੇ ਅਕੋਰਡਿੰਗ, ਆਪਣੇ ਏਰੀਆ ਆਫ ਇੰਟਰਸਟ ਦੇ ਅਕੋਰਡਿੰਗ ਜੋ ਹੈ ਜੋਬ ਲੈ ਸਕਦਾ। ਗੋਲ ਆਫ ਹੌਸਪੀਟੈਲਿਟੀ, ਹੌਸਪੀਟੈਲਿਟੀ ਦਾ ਗੋਲ ਕੀ ਆ, ਮੋਟਿਵ ਕੀ ਆ ਹੌਸਪੀਟੈਲਿਟੀ ਇੰਡਸਟਰੀ ਦਾ? ਦ ਹੌਸਪੀਟੈਲਿਟੀ ਇੰਡਸਟਰੀ ਇਜ਼ ਅਬਾਊਟ ਸਰਵਿਸ। ਬੱਚੇ, ਇਟਸ ਆਲ ਅਬਾਊਟ ਸਰਵਿਸ, ਹਾਊ ਵੀ ਸਰਵ ਆਰ ਗੈਸਟ। ਦ ਇੰਡਸਟਰੀ ਪ੍ਰੋਵਾਈਡ ਸਰਵਿਸ ਟੂ ਪੀਪਲ ਵੈਨ ਦੇ ਆਰ ਅਵੇ ਫਰੋਮ ਦੇਅਰ ਹੋਮ। ਜਦੋਂ ਕੋਈ ਵੀ ਪਰਸਨ ਟਰੈਵਲ ਕਰਦਾ ਫਰੋਮ ਵਨ ਪਲੇਸ ਟੂ ਅਨਦਰ ਪਲੇਸ, ਤਾਂ ਓਬਵੀਅਸਲੀ ਉਹ ਆਪਣੇ ਘਰ ਤੋਂ ਦੂਰ ਹੁੰਦਾ। ਐਂਡ ਸਮਟਾਈਮਸ ਈਵਨ ਵੈਨ ਦੇ ਆਰ ਹੋਮ, for example home delivery of food would be part of the hospitality industry। ਜਦੋਂ ਕੋਈ ਵੀ ਗੈਸਟ ਆਪਣੇ ਘਰ ਤੋਂ ਦੂਰ ਹੁੰਦਾ ਹੈ, ਉਦੋਂ ਤਾਂ ਅਸੀਂ ਉਹਨੂੰ ਹੌਸਪੀਟੈਲਿਟੀ ਸਰਵਿਸਿਜ਼ ਪ੍ਰੋਵਾਈਡ ਕਰਦੇ ਹੀ ਕਰਦੇ ਹਾਂ। ਔਨ ਦਾ ਅਦਰ ਹੈਂਡ, ਜਦੋਂ ਕੋਈ ਪਰਸਨ ਘਰ ਦੇ ਵਿੱਚ ਵੀ ਹੁੰਦਾ, ਉਦੋਂ ਵੀ ਅਸੀਂ ਉਹਨੂੰ ਪ੍ਰੋਵਾਈਡ ਕਰਦੇ ਹਾਂ। ਜਿਵੇਂ ਕਿ ਇੱਥੇ ਅਸੀਂ ਐਗਜ਼ਾਮਪਲ ਦੇਖੀ ਆ, ਹੋਮ ਡਿਲੀਵਰੀ ਆਫ ਫੂਡ ਮੀਨਸ ਕਿ ਜਿਵੇਂ ਆਪਾਂ ਸਾਰਿਆਂ ਨੇ ਦੇਖਿਆ ਹੀ ਆ ਕਿ ਜ਼ੋਮੈਟੋ ਅੱਜ ਕੱਲ੍ਹ ਟਰੈਂਡਿੰਗ ਦੇ ਵਿੱਚ ਆ, ਐਂਡ ਡੋਮੀਨੋਜ਼, ਇਹ ਸਾਰੇ ਆਪਣੇ ਘਰਾਂ ਦੇ ਵਿੱਚ ਜੋ ਹੈ ਫੂਡ ਡਿਲੀਵਰ ਕਰਦੇ ਨੇ, ਤਾਂ ਉਹ ਵੀ ਕਾਹਦਾ ਪਾਰਟ ਆ? ਹੌਸਪੀਟੈਲਿਟੀ ਦਾ ਹੀ ਪਾਰਟ ਹੈ। ਓਵਰਵਿਊ, ਓਵਰਆਲ ਹੌਸਪੀਟੈਲਿਟੀ ਇੰਡਸਟਰੀ ਹੈਗੀ ਕੀ ਹੈ?
ਸਭ ਤੋਂ ਫਸਟ ਨੰਬਰ 'ਤੇ ਹੈ ਇਨਸੈਪਰੇਬਿਲਿਟੀ। ਇਨਸੈਪਰੇਬਿਲਿਟੀ ਦਾ ਮਤਲਬ ਹੈ ਕਿ ਅਸੀਂ ਸਰਵਿਸ ਜੋ ਅਸੀਂ ਪ੍ਰੋਵਾਈਡ ਕਰਦੇ ਹਾਂ ਆਪਣੇ ਗੈਸਟ ਨੂੰ, ਉਹਨੂੰ ਅਸੀਂ ਸੈਪਰੇਟ ਨਹੀਂ ਕਰ ਸਕਦੇ। ਇਹ ਨਹੀਂ ਹੋ ਸਕਦਾ ਕਿ ਫੋਰ ਐਗਜ਼ਾਮਪਲ ਗੈਸਟ ਸਾਡੇ ਹੋਟਲ ਦੇ ਵਿੱਚ ਆ ਅਤੇ ਅਸੀਂ ਆਪਣੇ ਘਰ 'ਚ ਬੈਠ ਕੇ ਉਹਨਾਂ ਨੂੰ ਸਰਵਿਸ ਪ੍ਰੋਵਾਈਡ ਕਰ ਦਾਂਗੇ। ਨੋ, ਆਪਾਂ ਸੈਪਰੇਟ ਨਹੀਂ ਕਰ ਸਕਦੇ ਹੈਗੇ ਸਰਵਿਸ ਨੂੰ ਗੈਸਟ ਦੇ ਨਾਲੋਂ, ਆਪਾਂ ਨੂੰ ਉਹ ਨਾਲ ਨਾਲ ਹੀ ਦੇਣੀ ਪੈਂਦੀ ਹੈ। ਦੈਨ ਹੈ ਪਰਸ਼ੇਬਿਲਿਟੀ। ਪਰਸ਼ੇਬਿਲਿਟੀ ਹੈ ਕਿ ਅਸੀਂ ਉਹਨੂੰ ਲੌਂਗ ਟਰਮ ਦੇ ਲਈ ਸਟੋਰ ਕਰਕੇ ਨਹੀਂ ਰੱਖ ਸਕਦੇ। ਫੋਰ ਐਗਜ਼ਾਮਪਲ ਆਪਣੇ ਕੋਲ ਕੋਈ ਗੈਸਟ ਆਇਆ, ਉਹਨੇ ਹੋਟਲ ਦਾ ਰੂਮ ਬੁੱਕ ਕਰਵਾਇਆ, ਤਾਂ ਉਹਨੂੰ ਫੋਰ ਦ ਟਾਈਮ ਬੀਇੰਗ, ਜਿੰਨੇ ਟਾਈਮ ਲਈ ਉਹਨੇ ਬੁੱਕ ਕਰਵਾਇਆ ਉਦੋਂ ਹੀ ਉਹ ਹੋਟਲ ਦਾ ਜਿਹੜਾ ਰੂਮ ਹੈ ਉਹ ਯੂਜ਼ ਕਰਨਾ ਪੈਣਾ। ਇਹ ਤਾਂ ਨਹੀਂ ਹੋ ਸਕਦਾ ਨਾ ਕਿ ਉਹਨੇ ਹੋਟਲ ਦਾ ਰੂਮ ਬੁੱਕ ਕਰਵਾਇਆ ਅਤੇ ਉਹ ਉਹਨੂੰ ਸਟੋਰ ਕਰਕੇ ਰੱਖ ਲਏ ਕਿ ਹਜੇ ਮੈਨੂੰ ਜ਼ਰੂਰਤ ਨਹੀਂ, ਆਈ ਵਿਲ ਯੂਜ਼ ਇਟ ਇਨ ਫਿਊਚਰ ਫੋਰ ਆਫਟਰ 2 or 3 months। ਐਵੇਂ ਨਹੀਂ ਨਾ ਹੋ ਸਕਦਾ। ਉਹਨੂੰ ਫੋਰ ਦ ਟਾਈਮ ਬੀਇੰਗ, ਜਿਹੜੇ ਟਾਈਮ ਦੇ ਲਈ ਉਹਨੇ ਬੁੱਕ ਕਰਵਾਇਆ ਉਸੇ ਟਾਈਮ ਦੇ ਲਈ, ਟਾਈਮ ਦੇ ਵਿੱਚ ਉਹਨੂੰ ਯੂਜ਼ ਕਰਨਾ ਪੈਣਾ। ਲੇਬਰ ਇੰਟੈਂਸਿਵ। ਲੇਬਰ ਇੰਟੈਂਸਿਵ ਦਾ ਮਤਲਬ ਹੈ ਕਿ ਜੋ ਹੋਸਪਿਟੈਲਿਟੀ ਇੰਡਸਟਰੀ ਆ, ਇਹਦੇ ਵਿੱਚ ਜਿਹੜਾ ਮੇਨ ਫੋਕਸ ਆ ਉਹ ਜਿਹੜੇ ਵਰਕਰਸ ਨੇ ਉਹਨਾਂ ਦਾ ਕਿਹਦੇ ਉੱਪਰ ਹੈ, ਗੈਸਟ ਦੇ ਉੱਪਰ ਹੈ। ਸਿਰਫ ਜਿਹੜਾ ਫੋਕਸ ਹੈ ਉਹ ਕਿਹਦੇ ਉੱਪਰ ਹੋਣਾ ਚਾਹੀਦਾ, ਗੈਸਟ ਉੱਪਰ ਹੋਣਾ ਚਾਹੀਦਾ। ਰੈਪੀਟੀਟਿਵ। ਰੈਪੀਟੀਟਿਵ ਕਿਉਂ? ਕਿਉਂਕਿ ਅਸੀਂ ਸੇਮ ਸਰਵਿਸਿਜ਼ ਡਿਫਰੈਂਟ ਗੈਸਟਸ ਨੂੰ ਪ੍ਰੋਵਾਈਡ ਕਰਦੇ ਹਾਂ। ਸਰਵਿਸਿਜ਼ ਨੇ ਜਿਹੜੀਆਂ ਉਹ ਇਹ ਨਹੀਂ ਹੈ ਕਿ ਕਿਸੇ ਇੱਕ ਗੈਸਟ ਲਈ ਕੁਛ ਹੋਰ ਨੇ, ਇੱਕ ਗੈਸਟ ਲਈ ਕੁਛ ਹੋਰ ਨੇ। ਹਾਂਜੀ, ਅਗਰ ਉਹਨਾਂ ਦੇ ਪੇ ਰੇਂਜ ਦੇ ਵਿੱਚ ਫ਼ਰਕ ਆ ਤਾਂ ਓਬਵੀਅਸਲੀ ਫ਼ਰਕ ਹੋਊਗਾ ਸਰਵਿਸ ਦੇ ਵਿੱਚ, ਬਟ ਇਹ ਨਹੀਂ ਹੈਗਾ ਕਿ ਜੇ ਉਹ ਪੇ ਵੀ ਸਾਨੂੰ ਸਾਰੇ ਗੈਸਟ ਸੇਮ ਕਰ ਰਹੇ ਨੇ ਅਤੇ ਅਸੀਂ ਉਹਨਾਂ ਨੂੰ ਸਰਵਿਸਿਜ਼ ਡਿਫਰੈਂਟ ਦੇਈਏ। ਨੋ, ਸੇਮ ਹੀ ਸਰਵਿਸਿਜ਼ ਆਪਾਂ ਪ੍ਰੋਵਾਈਡ ਕਰਦੇ ਹਾਂ। ਇੰਟੈਂਜੀਬਿਲਿਟੀ। ਇੰਟੈਂਜੀਬਿਲਿਟੀ ਦਾ ਮਤਲਬ ਹੈ ਕਿ ਅਸੀਂ ਉਹਨੂੰ ਦੇਖ ਸਕਦੇ ਹਾਂ, ਬਟ ਉਹਨੂੰ ਅਸੀਂ ਫੀਲ ਕਰ ਸਕਦੇ ਹਾਂ, ਪਰ ਉਹਨੂੰ ਅਸੀਂ ਟੱਚ ਨਹੀਂ ਕਰ ਸਕਦੇ। ਵੀ ਕੈਨ ਓਨਲੀ ਫੀਲ। ਅਸੀਂ ਸਿਰਫ ਉਹ ਸਰਵਿਸਿਜ਼ ਫੀਲ ਕਰ ਸਕਦੇ ਹਾਂ। ਆਈ ਹੋਪ ਤੁਸੀਂ ਸਮਝ ਗਏ ਹੋਵੋਗੇ ਸਾਰੇ 5 ਪੁਆਇੰਟਸ ਕੀ ਕੀ ਕਰੈਕਟਰਿਸਟਿਕਸ ਨੇ ਹੋਸਪਿਟੈਲਿਟੀ ਇੰਡਸਟਰੀ ਦੀਆਂ। ਦੈਨ ਮੂਵਿੰਗ ਫਰਦਰ, ਡਿਫਾਈਨ ਨੀਡ ਐਂਡ ਨੈਸੈਸਿਟੀਜ਼ ਆਫ ਐਟੀਕੇਟ ਐਂਡ ਮੈਨਰ। ਹੁਣ ਆਪਾਂ ਦੱਸਣਾ ਹੈ ਕਿ ਸਾਨੂੰ ਐਟੀਕੇਟਸ ਨੇ ਜਿਹੜੇ ਜਾਂ ਮੈਨਰਸ ਨੇ ਉਹਨਾਂ ਦੀ ਜ਼ਰੂਰਤ ਕਿਉਂ ਹੈ। ਫੇਸ਼ੀਅਲ ਐਕਸਪ੍ਰੈਸ਼ਨਸ। ਜਦੋਂ ਅਸੀਂ ਕਿਸੇ ਗੈਸਟ ਨਾਲ ਗੱਲ ਕਰਦੇ ਹਾਂ ਤਾਂ ਸਾਨੂੰ ਆਪਣੇ ਫੇਸ਼ੀਅਲ ਜੋ ਐਕਸਪ੍ਰੈਸ਼ਨਸ ਨੇ, ਸਾਡੇ ਚਿਹਰੇ ਦੇ ਜਿਹੜੇ ਹਾਵ ਭਾਵ ਨੇ, ਉਹਨਾਂ ਉੱਪਰ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੈ। ਜਦੋਂ ਅਸੀਂ ਆਪਣੇ ਗੈਸਟ ਨਾਲ ਗੱਲ ਕਰਨੀ ਹੈ ਤਾਂ ਅਸੀਂ ਕਿਵੇਂ ਗੱਲ ਕਰਾਂਗੇ? ਹਮੇਸ਼ਾ ਸਮਾਈਲ ਕਰਕੇ। ਆਲਵੇਜ਼ ਪੁੱਟ ਸਮਾਈਲ ਔਨ ਯੂਅਰ ਫੇਸ। ਆਪਣੇ ਫੇਸ 'ਤੇ ਹਮੇਸ਼ਾ ਸਮਾਈਲ ਰੱਖ ਕੇ ਹੀ ਆਪਾਂ ਗੈਸਟ ਨਾਲ ਗੱਲ ਕਰਨੀ ਹੈ, ਵੈਦਰ ਵੀ ਡੂ ਟੈਲੀਫੋਨਿਕ ਕਨਵਰਸੇਸ਼ਨ ਔਰ ਫੇਸ ਟੂ ਫੇਸ ਕਨਵਰਸੇਸ਼ਨ। ਜੇ ਅਸੀਂ ਟੈਲੀਫੋਨ 'ਤੇ ਵੀ ਗੱਲ ਕਰਦੇ ਹਾਂ ਤਾਂ ਵੀ ਆਪਾਂ ਨੂੰ ਸਾਡੇ ਫੇਸ 'ਤੇ ਜੋ ਹੈ ਸਮਾਈਲ ਹੋਣੀ ਚਾਹੀਦੀ ਹੈ, ਬਿਕੋਜ਼ ਚਾਹੇ ਅਸੀਂ ਟੈਲੀਫੋਨ 'ਤੇ ਗੱਲ ਕਰਦੇ ਹਾਂ ਪਰ ਜੋ ਫੀਲ ਹੈ ਉਹ ਗੈਸਟ ਨੂੰ ਸਮਝ ਆਉਂਦੀ ਹੈ। ਜੇਕਰ ਅਸੀਂ ਫੇਸ 'ਤੇ ਸਮਾਈਲ ਰੱਖ ਕੇ ਗੱਲ ਕਰਾਂਗੇ ਤਾਂ ਓਬਵੀਅਸਲੀ ਜਿਹੜੀ ਸਾਡੀ ਕਨਵਰਸੇਸ਼ਨ ਆ ਉਹ ਵਧੀਆ ਹੋਏਗੀ। Always maintain an interested and helpful expression। ਗੈਸਟ ਸਾਡੇ ਨਾਲ ਗੱਲ ਕਰ ਰਿਹਾ ਤਾਂ ਉਹਨੂੰ ਫੀਲ ਹੋਵੇ ਕਿ ਜੋ ਸੁਣਨ ਵਾਲਾ ਹੈ ਉਹ ਇੰਟਰਸਟ ਲੈ ਰਿਹਾ ਹੈ। ਅਸੀਂ ਐਵੇਂ ਦੇ ਫੇਸ ਐਕਸਪ੍ਰੈਸ਼ਨਸ ਨਹੀਂ ਬਣਾਵਾਂਗੇ, ਬੋਰਿੰਗ ਔਰ ਡਲ ਨਹੀਂ ਬਣਾਵਾਂਗੇ ਤਾਂ ਕਿ ਗੈਸਟ ਨੂੰ ਇਹ ਲੱਗੇ ਕਿ ਇਹ ਮੇਰੇ 'ਚ ਇੰਟਰਸਟ ਲੈ ਕੇ ਨਹੀਂ ਗੱਲ ਕਰ ਰਿਹਾ। ਇਸ ਕਰਕੇ ਆਲਵੇਜ਼ ਤੁਸੀਂ ਜਿਹੜੇ ਐਕਸਪ੍ਰੈਸ਼ਨਸ ਨੇ ਉਹ ਇੰਟਰਸਟਡ ਵਾਲੇ ਬਣਾਉਣੇ ਨੇ ਅਤੇ ਹੈਲਪਫੁਲ। ਉਹਨੂੰ ਫੀਲ ਹੋਵੇ ਕਿ ਹਾਂਜੀ ਦ ਪਰਸਨ ਇਜ਼ ਰੈਡੀ ਫੋਰ ਮਾਈ ਹੈਲਪ। ਉਹਨੂੰ ਫੀਲ ਹੋਵੇ ਕਿ ਬੰਦਾ ਜਿਹੜਾ ਮੇਰੀ ਹੈਲਪ ਦੇ ਲਈ ਤਿਆਰ ਆ। ਐਂਡ ਵਨ ਇੰਪੋਰਟੈਂਟ ਥਿੰਗ, ਮੇਨਟੇਨ ਆਈ ਕੰਟੈਕਟ। ਆਈ ਕੰਟੈਕਟ ਆ ਜਿਹੜਾ ਉਹ ਹਮੇਸ਼ਾ ਬਣਾ ਕੇ ਰੱਖਣਾ, ਬਿਕੋਜ਼ ਆਈ ਕੰਟੈਕਟ ਦੇ ਨਾਲ ਕੀ ਆ, ਇੱਕ ਤਾਂ ਸਾਡਾ ਇੰਟਰਸਟ ਸ਼ੋ ਹੁੰਦਾ ਗੈਸਟ ਨੂੰ, ਐਂਡ ਸੈਕਿੰਡ ਥਿੰਗ ਕੀ ਆ, ਸਾਡਾ ਕੌਨਫੀਡੈਂਸ ਲੈਵਲ ਆ ਜਿਹੜਾ ਉਹ ਇਨਕਰੀਜ਼ ਹੁੰਦਾ। ਦੈਨ ਡਿਸਟੈਂਸ ਸਪੀਚ ਐਂਡ ਗੈਸਚਰਸ। ਅਸੀਂ ਕਿੰਨਾ ਕੁ ਡਿਸਟੈਂਸ ਮੇਨਟੇਨ ਕਰਨਾ, ਐਂਡ ਸਾਡੀ ਜਿਹੜੀ ਸਪੀਚ ਆ, ਫਰੀਕੁਐਂਸੀ ਆ, ਵੋਇਸ ਫਰੀਕੁਐਂਸੀ, ਪਿਚ ਆ, ਉਹ ਕਿਸ ਹਿਸਾਬ ਦੀ ਰੱਖਣੀ ਆ। ਐਂਡ ਜਿਹੜੇ ਗੈਸਚਰਸ ਨੇ, ਅਸੀਂ ਹਾਵ ਭਾਵ ਜੋ ਮੂਵਮੈਂਟਸ ਕਰਦੇ ਹਾਂ ਹੈਂਡਸ ਦੀ ਜਾਂ ਬਾਡੀ ਦੀ, ਉਹ ਕਿਸ ਤਰ੍ਹਾਂ ਕਰਨੀ ਆ। ਸਭ ਤੋਂ ਪਹਿਲਾਂ ਡਿਸਟੈਂਸ। ਮੇਨਟੇਨ ਡਿਸਟੈਂਸ ਆਫ ਐਟ ਲੀਸਟ 2 feet। ਅਸੀਂ 2 feet ਦਾ ਮਿਨੀਮਮ ਜਿਹੜਾ ਡਿਸਟੈਂਸ ਆ ਉਹ ਗੈਸਟ ਨਾਲ ਬਣਾ ਕੇ ਰੱਖਣਾ। ਐਂਡ ਵੀ ਹੈਵ ਟੂ ਸਪੀਕ ਸੋਫਟਲੀ ਐਂਡ ਕਲੀਅਰਲੀ। ਜਦੋਂ ਅਸੀਂ ਗੈਸਟ ਨਾਲ ਗੱਲ ਕਰਨੀ ਹੈ ਤਾਂ ਅਸੀਂ ਬਿਲਕੁਲ ਸੋਫਟ ਟੋਨ ਦੇ ਵਿੱਚ ਗੱਲ ਕਰਨੀ ਹੈ,
ਐਂਡ ਬਿਲਕੁਲ ਜਿਹੜੀ ਸਾਡੀ ਵੋਇਸ ਆ ਉਹ ਕਲੀਅਰ ਹੋਣੀ ਚਾਹੀਦੀ ਆ। ਗੈਸਚਰਸ ਬਾਰੇ ਗੱਲ ਕਰਾਂਗੇ। ਅਵੋਇਡ ਅਨਨੈਸੈਸਰੀ ਮੂਵਮੈਂਟਸ ਆਫ ਹੈਂਡਸ ਐਂਡ ਫੇਸ਼ੀਅਲ ਗੈਸਚਰਸ। ਆਪਣੀ ਜਿਹੜੀ ਹੈਂਡਸ ਦੀ ਮੂਵਮੈਂਟਸ ਆ ਉਹ ਅਨਨੈਸੈਸਰਲੀ ਨਹੀਂ ਕਰਨੀ, ਜਿੱਥੇ ਜ਼ਰੂਰਤ ਹੈ ਸਿਰਫ ਉੱਥੇ ਹੀ ਮੂਵਮੈਂਟ ਕਰੋ। ਇਹ ਨਹੀਂ ਕਿ ਤੁਸੀਂ ਬਹੁਤ ਜ਼ਿਆਦਾ ਹੈਂਡਸ ਨੇ ਜਿਹੜੇ ਆਪਣੇ ਉਹ ਹਿਲਾ ਰਹੇ ਹੋ। ਐਂਡ ਫੇਸ਼ੀਅਲ ਗੈਸਚਰਸ, ਆਪਣੇ ਜਿਹੜੇ ਫੇਸ਼ੀਅਲ ਐਕਸਪ੍ਰੈਸ਼ਨਸ ਨੇ ਉਹ ਵੀ ਧਿਆਨ ਨਾਲ ਦਿਓ, ਬਹੁਤ ਐਕਸੈਸ ਦੇ ਵਿੱਚ ਨਾ ਦਿਓ। ਪੋਜ਼ੀਟਿਵ ਬਾਡੀ ਲੈਂਗੁਏਜ, ਅਸੀਂ ਆਪਣੀ ਜਿਹੜੀ ਬਾਡੀ ਆ ਉਹਨੂੰ ਕਿਸੇ ਹਿਸਾਬ ਦੇ ਨਾਲ ਰੱਖਣਾ। ਸਭ ਤੋਂ ਫਰਸਟ ਨੰਬਰ 'ਤੇ ਹੈ ਸਟੈਂਡ ਇਰੈਕਟ ਐਟ ਈਜ਼। ਤੁਸੀਂ ਬਿਲਕੁਲ ਸਿੱਧੇ ਖੜ੍ਹੇ ਹੋਣਾ, ਬਿਲਕੁਲ ਤੁਹਾਡੀ ਬਾਡੀ ਹੈ ਜਿਹੜੀ ਉਹ ਲੀਨ ਨਹੀਂ ਹੋਣੀ ਚਾਹੀਦੀ, ਬਿਲਕੁਲ ਇਰੈਕਟ ਤੁਸੀਂ ਖੜ੍ਹੇ ਹੋਣਾ। ਵੇਟ ਬੈਲੈਂਸਡ ਔਨ ਬੋਥ ਫੀਟ, ਕਈ ਵਾਰੀ ਸਾਨੂੰ ਆਦਤ ਹੁੰਦੀ ਆ ਅਸੀਂ ਇੱਕ ਫੀਟ 'ਤੇ ਜ਼ਿਆਦਾ ਭਾਰ ਦੇ ਕੇ ਖੜ੍ਹ ਜਾਂਦੇ ਹਾਂ। ਡੋਂਟ ਡੂ ਦੈਟ। ਤੁਹਾਡੇ ਦੋਨੇ ਜਿਹੜੇ ਫੀਟ ਨੇ ਉਹਨਾਂ 'ਤੇ ਬੈਲੈਂਸਡ ਵੇਟ ਹੋਣਾ ਚਾਹੀਦਾ, ਦੋਨਾਂ 'ਤੇ ਇਕੁਅਲ ਵੇਟ ਹੋਣਾ ਚਾਹੀਦਾ। ਸ਼ੋਲਡਰਸ ਸਟਰੇਟ, ਯੂਅਰ ਸ਼ੋਲਡਰਸ ਸ਼ੁੱਡ ਬੀ ਸਟਰੇਟ, ਬਿਲਕੁਲ ਇਰੈਕਟ ਕਰਕੇ ਤੁਸੀਂ ਬਿਲਕੁਲ ਸਟਰੇਟ ਕਰਕੇ ਜਿਹੜੇ ਆਪਣੇ ਸ਼ੋਲਡਰਸ ਨੇ ਉਹ ਰੱਖਣੇ ਨੇ। ਚੈਸਟ ਆਊਟ ਸਟਮਕ ਇਨ, ਜੋ ਤੁਹਾਡਾ ਚੈਸਟ ਆ ਉਹ ਚੌੜੀ ਹੋਣੀ ਚਾਹੀਦੀ ਆ, ਬਾਹਰ ਵਾਲੀ ਸਾਈਡ ਨੂੰ ਹੋਣੀ ਚਾਹੀਦਾ। ਜਿਹੜਾ ਸਟਮਕ ਆ ਉਹ ਬਿਲਕੁਲ ਅੰਦਰ ਹੋਣਾ ਚਾਹੀਦਾ, ਬਿਲਕੁਲ ਫਲੈਟ ਹੋਣਾ ਚਾਹੀਦਾ। ਦੈਨ ਹੈਂਡਸ ਨੂੰ ਅਸੀਂ ਕਿਵੇਂ ਮੂਵਮੈਂਟ ਦੇਣੀ ਆ। ਕੀਪ ਹੈਂਡਸ ਔਨ ਦ ਸਾਈਡਸ, ਜਾਂ ਤਾਂ ਆਪਣੇ ਦੋਨੋਂ ਸਾਈਡਸ 'ਤੇ ਆਪਣੇ ਹੈਂਡ ਰੱਖੋ ਔਰ ਬਿਹਾਈਂਡ ਯੂਅਰ ਬੈਕ, ਜਾਂ ਫਿਰ ਤੁਸੀਂ ਆਪਣੇ ਹੈਂਡਸ ਨੇ ਜਿਹੜੇ ਆਪਣੀ ਬੈਕ 'ਤੇ ਰੱਖੋ। ਡੂ ਨਾਟ ਕੀਪ ਹੈਂਡਸ ਇਨ ਪੋਕਟਸ ਔਰ ਔਨ ਦ ਹਿਪਸ, ਜਿਹੜੇ ਤੁਹਾਡੇ ਹੈਂਡਸ ਨੇ ਉਹ ਪੋਕਟਸ ਦੇ ਵਿੱਚ ਬਿਲਕੁਲ ਵੀ ਨਹੀਂ ਹੋਣੇ ਚਾਹੀਦੇ। ਇਹਦੇ ਨਾਲ ਜਿਹੜਾ ਅਗਰੈਸ਼ਨ ਵਾਲਾ ਗੈਸਚਰ ਸ਼ੋ ਹੁੰਦਾ, ਸੋ ਡੋਂਟ ਡੂ ਦੈਟ। ਡੂ ਨਾਟ ਕ੍ਰੋਸ ਆਰਮਸ ਅਕ੍ਰੋਸ ਦ ਚੈਸਟ, ਕਈ ਵਾਰ ਸਾਨੂੰ ਆਦਤ ਹੁੰਦੀ ਹੈ ਅਸੀਂ ਆਰਮਸ ਨੂੰ ਕ੍ਰੋਸ ਕਰਕੇ ਖੜ ਜਾਂਦੇ ਹਾਂ, ਐਵੇਂ ਨਹੀਂ ਕਰਨਾ। ਇਟਸ ਆਲਸੋ ਅ ਨੈਗੇਟਿਵ ਬਾਡੀ ਪੋਸਚਰ। ਸੋ ਕੀਪ ਯੂਅਰ ਹੈਂਡਸ ਸਟਰੇਟ ਐਂਡ ਜਾਂ ਫਿਰ ਤੁਸੀਂ ਉਹਨੂੰ ਆਪਣੀ ਬੈਕ ਦੇ ਪਿੱਛੇ ਰੱਖ ਕੇ ਖੜ ਸਕਦੇ ਹੋ। ਡੂ ਨਾਟ ਲੀਨ ਅਗੇਂਸਟ ਦ ਕਾਊਂਟਰ, ਅਸੀਂ ਫੋਰ ਐਗਜ਼ਾਮਪਲ ਅਸੀਂ ਫਰੰਟ ਆਫਿਸ 'ਤੇ ਐਂਡ ਗੈਸਟ ਸਾਡੇ ਨਾਲ ਗੱਲ ਕਰ ਰਿਹਾ ਤਾਂ ਅਸੀਂ ਜਿਹੜਾ ਆਪਣਾ ਭਾਰ ਆ ਉਹ ਅੱਗੇ ਟੇਬਲ ਉੱਪਰ ਜਾਂ ਕਾਊਂਟਰ ਉੱਪਰ ਰੱਖ ਕੇ ਨਹੀਂ ਗੱਲ ਕਰਨੀ, ਅਸੀਂ ਫਿਰ ਵੀ ਬਿਲਕੁਲ ਸਟਰੇਟ ਹੋ ਕੇ ਹੀ ਗੱਲ ਕਰਨੀ ਹੈ। ਹੁਣ ਅਸੀਂ ਗੱਲ ਕਰਾਂਗੇ ਐਟੀਕੇਟਸ ਐਂਡ ਮੈਨਰਸ ਵਾਈਲ ਵਾਕਿੰਗ। ਜਦੋਂ ਅਸੀਂ ਤੁਰਦੇ ਹਾਂ ਤਾਂ ਸਾਨੂੰ ਸਾਡੇ ਕਿਸ ਤਰ੍ਹਾਂ ਦੇ ਜੋ ਵਾਕਿੰਗ ਟਾਈਮ ਕਿਸ ਹਿਸਾਬ ਦੇ ਨਾਲ ਅਸੀਂ ਆਪਣੀ ਬਾਡੀ ਨੂੰ ਰੱਖਣਾ ਜਾਂ ਕਿਸ ਤਰ੍ਹਾਂ ਅਸੀਂ ਵਾਕ ਕਰਨੀ ਹੈ। ਇਨ ਕੋਰੀਡੋਰਸ ਹੁੰਦੇ ਨੇ ਨਾ ਹੋਟੇਲਸ ਦੇ ਸਾਈਡਸ 'ਤੇ ਰੂਮ ਹੁੰਦੇ ਨੇ ਐਂਡ ਕੋਰੀਡੋਰ ਹੁੰਦਾ। ਇਫ ਗੈਸਟ ਆਰ ਅਪਰੋਚਿੰਗ ਗੈਟ ਅਸਾਈਡ ਐਂਡ ਗਿਵ ਦੈਮ ਫਰਸਟ ਰਾਈਟ ਆਫ ਦ ਵੇ, ਜੇਕਰ ਜੋ ਗੈਸਟ ਹੈ ਉਹ ਆ ਰਿਹਾ ਹੈ ਸਾਡੇ ਵੱਲ ਤਾਂ ਉਹਨੂੰ ਪਹਿਲਾਂ ਤਾਂ ਸਾਈਡ ਦਿਓ ਅਤੇ ਉਹਨੂੰ ਔਫਰ ਕਰੋ ਫਸਟ ਰਾਈਟ ਆਫ ਦ ਵੇ, ਸਮਝ ਕੇ। ਇਫ ਨੀਅਰ ਅ ਡੋਰ, ਜੇਕਰ ਜਿਹੜਾ ਗੈਸਟ ਹੈ ਉਹ ਡੋਰ ਦੇ ਕੋਲ ਹੈ, ਦੈਨ ਓਪਨ ਦ ਡੋਰ ਫॉर ਦ ਗੈਸਟ ਟੂ ਪਾਸ ਥਰੂ, ਤਾਂ ਕੀ ਕਰਨਾ ਚਾਹੀਦਾ ਹੈ ਸਾਨੂੰ, ਗੈਸਟ ਦੇ ਲਈ ਡੋਰ ਓਪਨ ਕਰਨਾ ਚਾਹੀਦਾ, ਡੋਰ ਖੋਲ੍ਹਣਾ ਚਾਹੀਦਾ ਅਤੇ ਗੈਸਟ ਨੂੰ ਆ ਜਿਹੜਾ ਉੱਥੋਂ ਨਿਕਲਣ ਦੇ ਲਈ ਦੇਣਾ ਚਾਹੀਦਾ। ਆਈ ਹੋਪ ਤੁਸੀਂ ਇਹਨਾਂ ਸਮਝ ਗਏ ਹੋਵੋਗੇ। ਨੈਕਸਟ ਹੈ ਵਿਚ ਸਾਈਡ, ਅਸੀਂ ਗੈਸਟ ਦੇ ਕਿਸ ਸਾਈਡ ਚੱਲਣਾ ਹੈ। ਵਾਕ ਔਨ ਦ ਲੈਫਟ ਹੈਂਡ ਸਾਈਡ, ਤਾਂ ਤੁਸੀਂ ਧਿਆਨ ਰੱਖਣਾ ਹੈ ਤਾਂ ਤੁਸੀਂ ਆਲਵੇਜ਼ ਗੈਸਟ ਦੇ ਲੈਫਟ ਹੈਂਡ ਸਾਈਡ 'ਤੇ ਹੀ ਚੱਲਣਾ ਹੈ। ਇਫ ਅਕੰਪਨੀਇੰਗ ਅ ਗੈਸਟ, ਜੇਕਰ ਸਾਨੂੰ ਗੈਸਟ ਦੇ ਬਿਲਕੁਲ ਨਾਲ ਚੱਲਣਾ ਪੈ ਰਿਹਾ ਹੈ। ਵਾਕ ਔਨ ਹਿਜ਼ ਹਰ ਰਾਈਟ ਹੈਂਡ ਸਾਈਡ, ਸੋਰੀ ਆਪਾਂ ਪਹਿਲਾਂ ਮੈਂ ਤੁਹਾਨੂੰ ਗਲਤ ਦੱਸਤਾ, ਜੇਕਰ ਗੈਸਟ ਸਾਡੇ ਤੋਂ ਅੱਗੇ ਹੈ ਜਾਂ ਪਿੱਛੇ ਹੈ ਫਿਰ ਅਸੀਂ ਲੈਫਟ ਹੈਂਡ ਸਾਈਡ 'ਤੇ ਚੱਲਣਾ। ਜੇਕਰ ਗੈਸਟ ਜੋ ਹੈ ਉਹ ਸਾਡੇ ਬਿਲਕੁਲ ਨਾਲ ਚੱਲ ਰਿਹਾ ਹੈ ਤਾਂ ਫਿਰ ਅਸੀਂ ਵਾਕ ਔਨ ਦ ਰਾਈਟ ਹੈਂਡ ਸਾਈਡ, ਤਾਂ ਅਸੀਂ ਹਮੇਸ਼ਾ ਰਾਈਟ ਹੈਂਡ ਸਾਈਡ ਹੀ ਚੱਲਾਂਗੇ। ਐਂਡ ਓਪਨ ਦ ਡੋਰ ਆਫ ਦ ਗੈਸਟ, ਅਤੇ ਗੈਸਟ ਸਾਡੇ ਨਾਲ ਜਾ ਰਿਹਾ ਹੈ, ਅੱਗੇ ਕੋਈ ਡੋਰ ਆ ਗਿਆ ਤਾਂ ਆਲਵੇਜ਼ ਜਿਹੜਾ ਡੋਰ ਹੈ ਉਹ ਤੁਸੀਂ ਖੁਦ ਓਪਨ ਕਰਨਾ ਹੈ। ਵਾਕ ਇਰੈਕਟ ਐਂਡ ਮੇਨਟੇਨ ਦੀ ਪੋਇਸ,
ਡਿਸਟੈਂਸ ਜੋ ਅਸੀਂ ਪਹਿਲਾਂ ਵੀ ਪੜ੍ਹਿਆ ਉਹ ਤੁਸੀਂ ਉਸੇ ਤਰ੍ਹਾਂ ਮੇਨਟੇਨ ਕਰਕੇ ਰੱਖਣਾ ਹੈ, ਅਤੇ ਜਿਹੜਾ ਤੁਸੀਂ ਬਿਲਕੁਲ ਸਿੱਧਾ ਹੋ ਕੇ ਹੀ ਚੱਲਣਾ ਹੈ ਗੈਸਟ ਦੇ ਨਾਲ ਨਾਲ। ਉਹਨੂੰ ਇਹ ਨਹੀਂ ਫੀਲ ਹੋਣਾ ਚਾਹੀਦਾ ਕਿ ਬੰਦਾ ਜੋ ਹੈ ਬੋਰਿੰਗ ਹੈ ਜਾਂ ਫਿਰ ਪ੍ਰੋਫੈਸ਼ਨਲੀ ਐਕਟਿਵ ਨਹੀਂ ਹੈ। ਇਸ ਕਰਕੇ ਅਸੀਂ ਸਿੱਧਾ ਕਿਉਂ ਚੱਲਣਾ, ਤਾਂ ਕਿ ਉਹ ਪਰਸਨ ਨੂੰ ਫੀਲ ਹੋਵੇ ਕਿ ਬੰਦਾ ਐਕਟਿਵਲੀ ਪਰਫੋਰਮ ਕਰ ਰਿਹਾ ਆਪਣੀ ਡਿਊਟੀਜ਼। ਹਾਂਜੀ, ਹੁਣ ਅਸੀਂ ਗੱਲ ਕਰਾਂਗੇ ਟੈਲੀਫੋਨ ਐਟੀਕੇਟਸ। ਟੈਲੀਫੋਨ ਦੇ ਉੱਪਰ ਅਸੀਂ ਕਿਵੇਂ ਗੱਲ ਕਰਨੀ ਹੈ। ਬੀ ਅਵੇਅਰ ਆਫ ਯੂਰ ਕਨਵਰਸੇਸ਼ਨ ਔਨ ਦ ਟੈਲੀਫੋਨ। ਟੈਲੀਫੋਨ 'ਤੇ ਗੱਲ ਕਰਦੇ ਹੋਏ ਤੁਹਾਨੂੰ ਬਹੁਤ ਧਿਆਨ ਦੇ ਨਾਲ ਗੱਲ ਕਰਨ ਦੀ ਜ਼ਰੂਰਤ ਹੈ, ਬਿਕੋਜ਼ ਉਸ ਟਾਈਮ ਅਸੀਂ ਜਿਹੜਾ ਆਪਣਾ ਇੰਪਰੈਸ਼ਨ ਹੈ ਉਹ ਸਿਰਫ ਟੈਲੀਫੋਨ ਦੇ ਥਰੂ ਹੀ ਗੈਸਟ ਉੱਪਰ ਪਾ ਸਕਦੇ ਹਾਂ। ਅਦਰਵਾਈਜ਼ ਕਿਉਂਕਿ ਉਸ ਟਾਈਮ ਸਾਡਾ ਫੇਸ ਨਹੀਂ ਦਿਖ ਰਿਹਾ ਹੁੰਦਾ, ਫੇਸ਼ੀਅਲ ਐਕਸਪ੍ਰੈਸ਼ਨਸ ਦੇ ਨਾਲ ਬਹੁਤ ਈਜ਼ੀ ਹੁੰਦਾ ਗੈਸਟ ਦੇ ਉੱਪਰ ਇੰਪਰੈਸ਼ਨ ਪਾਉਣਾ, ਬਟ ਟੈਲੀਫੋਨਿਕਲੀ ਇਟਸ ਟੂ ਡਿਫੀਕਲਟ। ਸੋ ਇੱਥੇ ਧਿਆਨ ਰੱਖਣ ਦੀ ਜ਼ਰੂਰਤ ਹੈ। ਕਈ ਵਾਰੀ ਅਸੀਂ ਸੋਚਦੇ ਹਾਂ ਕਿ ਨਹੀਂ ਟੈਲੀਫੋਨ 'ਤੇ ਗੱਲ ਕਰਨਾ ਤਾਂ ਬਹੁਤ ਈਜ਼ੀ ਹੈ ਐਜ਼ ਕੰਪੇਅਰ ਟੂ ਫੇਸ, ਬਟ ਇਟਸ ਆਲ ਅਬਾਊਟ ਆਰ ਇੰਪਰੈਸ਼ਨ। ਇਸ ਕਰਕੇ ਟੈਲੀਫੋਨ 'ਤੇ ਗੱਲ ਕਰਦੇ ਹੋਏ ਸਾਨੂੰ ਬਹੁਤ ਗੱਲਾਂ ਦਾ ਜਿਹੜਾ ਧਿਆਨ ਰੱਖਣਾ ਚਾਹੀਦਾ ਹੈ। ਉਹ ਕਿਹੜੀਆਂ ਨੇ ਆਪਾਂ ਡਿਸਕਸ ਕਰਦੇ ਹਾਂ। ਗੈਸਟ ਮੇ ਬੀ ਵਾਚਿੰਗ ਐਂਡ ਹੀਅਰਿੰਗ। ਸਮਟਾਈਮਸ ਅਸੀਂ ਵੀ ਅਜ਼ਿਊਮ ਕਰਦੇ ਹਾਂ ਨਾ, ਕਈ ਵਾਰੀ ਅਸੀਂ ਕਿਸੇ ਨੂੰ ਸੁਣ ਰਹੇ ਹੁੰਦੇ ਹਾਂ ਤਾਂ ਅਸੀਂ ਉਸ ਸਿਚੁਏਸ਼ਨ ਨੂੰ ਇਮੈਜਿਨ ਕਰਨ ਲੱਗ ਜਾਂਦੇ ਹਾਂ। ਉਸ ਤਰੀਕੇ ਨਾਲ ਮੇ ਬੀ ਗੈਸਟ ਵੀ ਸੇਮ ਹੀ ਕਰਦਾ ਹੋਵੇ। ਨੈਵਰ ਸ਼ਾਊਟ ਇਨਟੂ ਦੀ ਟੈਲੀਫੋਨ। ਟੈਲੀਫੋਨ ਦੇ ਉੱਪਰ ਕਦੇ ਵੀ ਤੁਸੀਂ ਚਿਲਾ ਕੇ ਗੱਲ ਨਹੀਂ ਕਰਨੀ। ਡੂ ਨਾਟ ਹੈਵ ਲੌਂਗ ਕਨਵਰਸੇਸ਼ਨ ਵੈਨ ਗੈਸਟਸ ਆਰ ਵੇਟਿੰਗ। ਜਦੋਂ ਸਾਨੂੰ ਪਤਾ ਹੈ ਕਿ ਗੈਸਟ ਵੇਟ ਕਰ ਰਿਹਾ ਹੈ ਤਾਂ ਕਦੇ ਵੀ ਲੰਬੀ ਕਨਵਰਸੇਸ਼ਨ ਨਹੀਂ ਕਰਨੀ, ਲੰਬੇ ਸਮੇਂ ਲਈ ਗੱਲ ਨਹੀਂ ਕਰਨੀ। ਇਨ ਸ਼ਾਰਟ ਦੇ ਵਿੱਚ ਤੁਸੀਂ ਦੱਸ ਦਿਓ, ਠੀਕ ਹੈ, ਕਿਉਂਕਿ ਗੈਸਟ ਜੋ ਹੈ ਉਹ ਵੇਟ ਕਰ ਰਿਹਾ, ਉਹ ਪਹਿਲਾਂ ਹੀ ਮੇ ਬੀ ਉਹ ਫਰਸਟ੍ਰੇਟ ਵੀ ਹੋ ਸਕਦਾ ਹੈ ਸਾਡੀ ਲੌਂਗ ਕਨਵਰਸੇਸ਼ਨ ਦੇ ਨਾਲ। ਇਸ ਕਰਕੇ ਬਿਲਕੁਲ ਸਮਰੀ ਦੇ ਵਿੱਚ ਤੁਸੀਂ ਬਰੀਫ ਦੇ ਵਿੱਚ ਤੁਸੀਂ ਆਪਣੀ ਜਿਹੜੀ ਕਨਵਰਸੇਸ਼ਨ ਹੈ ਉਹ ਕਰਨੀ ਹੈ। ਡੂ ਨਾਟ ਐਂਟਰਟੇਨ ਪਰਸਨਲ ਕਾਲਸ ਵਾਈਲ ਐਟ ਵਰਕ। ਜਦੋਂ ਤੁਸੀਂ ਕੰਮ 'ਤੇ ਹੋ ਤਾਂ ਆਪਣੇ ਪਰਸਨਲ ਜਿਹੜੀਆਂ ਕਾਲਸ ਨੇ ਉਹ ਤੁਸੀਂ ਨਹੀਂ ਕਰੋਗੇ, ਬਿਕਾਜ਼ ਇਟ ਪੁੱਟਸ ਅ ਬੈਡ ਇੰਪੈਕਟ ਐਂਡ ਤੁਹਾਡਾ ਜਿਹੜੀ ਕੰਸਨਟਰੇਸ਼ਨ ਆ ਉਹ ਵੀ ਤੁਸੀਂ ਡਿਸਟਰੈਕਟ ਹੋਵੋਗੇ ਆਪਣੇ ਵਰਕ ਤੋਂ। ਇਸ ਕਰਕੇ ਜਿਹੜੀਆਂ ਪਰਸਨਲ ਕਾਲਸ ਨੇ ਉਹ ਅਸੀਂ ਜਦੋਂ ਵਾਈਲ ਵੀ ਆਰ ਐਟ ਵਰਕ, ਸੋ ਆਪਾਂ ਅਵੋਇਡ ਕਰਾਂਗੇ ਇਹ ਸਾਰੀਆਂ ਚੀਜ਼ਾਂ ਨੂੰ। ਕੋਟੋਰੀਅਸ ਬਿਹੇਵੀਅਰ। ਐਂਟੀਸਿਪੇਟ ਗੈਸਟ ਨੀਡਸ। ਆਪਾਂ ਹੋਰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ, ਸਾਡੇ ਗੈਸਟ ਨੂੰ ਕੀ ਜ਼ਰੂਰਤਾਂ ਨੇ, ਉਹਦੀਆਂ ਜਿਹੜੀਆਂ ਨੀਡਸ ਨੇ ਉਹਨਾਂ ਦਾ ਧਿਆਨ ਰੱਖਣਾ। ਜ਼ਰੂਰਤਾਂ ਕਿਸ ਹਿਸਾਬ ਦੀਆਂ ਹੋ ਸਕਦੀਆਂ ਨੇ, ਜਿਵੇਂ ਕਿ ਓਪਨ ਦ ਡੋਰ ਫॉर ਦ ਗੈਸਟ। ਅਸੀਂ ਪਹਿਲਾਂ ਵੀ ਬੱਚੇ ਇਹ ਪੜ੍ਹ ਚੁੱਕੇ ਹਾਂ ਵੀ ਗੈਸਟ ਦੇ ਲਈ ਜਿਹੜਾ ਡੋਰ ਹੈ ਉਹ ਹਮੇਸ਼ਾ ਇੰਪਲਾਈ ਨੇ ਹੀ ਓਪਨ ਕਰਨਾ ਹੈ। ਹੈਂਡ ਹਿਮ ਹਰ ਅ ਪੈਨ। ਇਫ ਹੀ ਔਰ ਸ਼ੀ ਨੀਡਡ ਅ ਪੈਨ ਤਾਂ ਉਹਨੂੰ ਪੈਨ ਆਫਰ ਕਰੋ, ਠੀਕ ਹੈ। ਵਾਈਲ ਉਹਨੂੰ ਜ਼ਰੂਰਤ ਪੈ ਸਕਦੀ ਹੈ ਪੈਨ ਦੀ, ਵਾਈਲ ਹੀ ਔਰ ਸ਼ੀ ਮੇ ਬੀ ਟਾਕਿੰਗ ਔਨ ਫੋਨ, ਔਰ ਜਦੋਂ ਉਹ ਕੋਈ ਫੋਰਮ ਫਿਲ ਕਰਨਾ ਜਾਂ ਜਦੋਂ ਵੀ ਉਹਨੂੰ ਪੈਨ ਦੀ ਜ਼ਰੂਰਤ ਹੈ ਤਾਂ ਉਹਨੂੰ ਪੈਨ ਆਫਰ ਕਰੋ। ਲਾਈਟ ਹਿਜ਼ ਹਰ ਸਿਗਰਟ ਵਾਈਲ ਹੀ ਇਜ਼ ਡੂਇੰਗ ਸਮੋਕਿੰਗ। ਦੈਨ ਸਿਗਰਟ ਨੂੰ ਵੀ ਅਸੀਂ ਲਾਈਟ ਕਰਨਾ, ਸਿਗਰਟ ਵੀ ਚਲਾ ਕੇ ਦੇਣੀ ਹੈ। ਰੀਚ ਆਊਟ ਫॉर ਦ ਬੈਗ ਹੀ ਔਰ ਸ਼ੀ ਇਜ਼ ਕੈਰਿੰਗ। ਜਿਹੜਾ ਗੈਸਟ ਹੈ ਜੋ ਉਹਦੇ ਹੱਥ 'ਚ ਬੈਗ ਆ ਤਾਂ ਉਹਦਾ ਬੈਗ ਆ ਜਿਹੜਾ ਉਹ ਵੀ ਫੜ ਕੇ ਤੁਸੀਂ ਲੈ ਕੇ ਜਾਣਾ ਹੈ। ਇਹ ਸਾਰੀਆਂ ਚੀਜ਼ਾਂ ਨੇ ਜੋ ਅਸੀਂ ਗੈਸਟ ਦੀਆਂ, ਇਹ ਸਾਰੀਆਂ ਨੀਡਸ ਨੇ ਜਿਨ੍ਹਾਂ ਦਾ ਅਸੀਂ ਚੰਗੇ ਤਰੀਕੇ ਦੇ ਨਾਲ ਧਿਆਨ ਰੱਖਣਾ ਹੈ। ਹੁਣ ਆਉਂਦਾ ਕਸਟਮਰ ਗ੍ਰੀਵੈਂਸਿਸ ਐਂਡ ਕੰਪਲੇਂਟਸ। ਇਹ ਜੋਬ ਦਾ ਬਹੁਤ ਇੰਪੋਰਟੈਂਟ ਪਾਰਟ ਹੈ, ਹੌਸਪਿਟੈਲਿਟੀ ਇੰਡਸਟਰੀ ਦਾ ਇੰਪੋਰਟੈਂਟ ਪਾਰਟ ਹੈ ਹੈਂਡਲਿੰਗ ਗੈਸਟ ਕੰਪਲੇਂਟਸ। ਕਿ ਸਾਡੇ ਜੋ ਗੈਸਟਸ ਨੇ ਉਹਨਾਂ ਦੀਆਂ ਅਸੀਂ ਕਿਵੇਂ ਕੰਪਲੇਂਟਸ ਨੇ ਜਿਹੜੀਆਂ ਉਹਨਾਂ ਨੂੰ ਕਿਵੇਂ ਹੈਂਡਲ ਕਰਨਾ ਹੈ। ਸ਼ਿਕਾਇਤਾਂ ਨੇ ਜਿਹੜੀਆਂ ਜਾਂ ਉਹਨਾਂ ਦੇ ਜੋ ਗਿਲੇ ਸ਼ਿਕਵੇ ਨੇ ਉਹਨਾਂ ਨੂੰ ਅਸੀਂ ਕਿਵੇਂ ਹੈਂਡਲ ਕਰਨਾ ਹੈ। ਇਹ ਬਹੁਤ ਇੰਪੋਰਟੈਂਟ ਟੋਪਿਕ ਹੈ, ਇਹਨੂੰ ਧਿਆਨ ਦੇ ਨਾਲ ਸੁਣਨਾ ਅਤੇ ਅਪਲਾਈ ਵੀ ਕਰਨਾ। ਸਭ ਤੋਂ ਪਹਿਲਾਂ ਰੀਜ਼ਨਸ ਫॉर ਗੈਸਟ ਟੂ ਮੇਕ ਕੰਪਲੇਂਟਸ।
ਕਿਹੜੀਆਂ ਕਾਰਨਾਂ ਕਰਕੇ ਜਿਹੜੇ ਗੈਸਟ ਨੇ ਉਹ ਕੰਪਲੇਂਟ ਕਰਦੇ ਨੇ। ਫਸਟ ਆਫ ਆਲ, ਨੀਡਸ ਆਫ ਆਰ ਗੈਸਟ ਹੈਵ ਨਾਟ ਬੀਨ ਮੈਟ। ਜਿਹੜੀਆਂ ਗੈਸਟ ਦੀਆਂ ਜ਼ਰੂਰਤਾਂ ਨੇ, ਹੋ ਸਕਦਾ ਅਸੀਂ ਉਹ ਜ਼ਰੂਰਤਾਂ ਪੂਰੀਆਂ ਹੀ ਨਾ ਕਰ ਸਕੇ ਹੋਈਏ, ਇਸ ਕਰਕੇ ਉਹ ਐਂਗਰੀ ਹੋ ਗਿਆ ਹੋਵੇ। ਵੀ ਹੈਵ ਨਾਟ ਵਰਕ ਟੂ ਆਵਰ ਔਨ ਸਟੈਂਡਰਡ। ਜਿਹੜਾ ਸਾਡਾ ਸਟੈਂਡਰਡ ਅਸੀਂ ਉਹਦੇ ਅਕੋਰਡਿੰਗਲੀ ਵਰਕ ਨਹੀਂ ਕੀਤਾ। ਠੀਕ ਹੈ, ਸਾਡਾ ਸਟੈਂਡਰਡ ਜੋ 5 ਸਟਾਰ ਹੋਟਲ ਦਾ ਸੈੱਟ ਕੀਤਾ ਹੋਇਆ, ਜੋ ਮੇਨਟੇਨ ਕੀਤਾ ਹੋਇਆ, ਹੋ ਸਕਦਾ ਅਸੀਂ ਉਹ ਸਟੈਂਡਰਡਸ ਤੱਕ ਨਾ ਪਹੁੰਚੇ ਹੋਈਏ, ਸਾਡੇ ਤੋਂ ਵਿੱਚ ਕੋਈ ਕਮੀ ਰਹਿ ਗਈ ਹੋਵੇ। ਡਿਲੇਡ ਆਰਡਰਸ, ਗੈਸਟਸ ਆਰ ਇੰਪੇਸ਼ੈਂਟ। ਜਿਹੜੇ ਗੈਸਟ ਹੁੰਦੇ ਨੇ ਉਹਨਾਂ 'ਚ ਪੇਸ਼ੈਂਸ ਲੈਵਲ ਬਹੁਤ ਘੱਟ ਹੁੰਦਾ, ਬਿਕਾਜ਼ ਦੇ ਆਰ ਪੇਇੰਗ ਹਿਊਜ ਅਮਾਊਂਟ ਆਫ ਮਨੀ, ਸੋ ਇਟਸ ਓਬਵੀਅਸ ਦੇ ਆਰ ਇੰਪੇਸ਼ੈਂਟ। ਤਾਂ ਉਹਨਾਂ ਦਾ ਜਿਹੜਾ ਆਰਡਰ ਆ ਉਹ ਡਿਲੇ ਹੋ ਸਕਦਾ ਸਮਟਾਈਮਸ, ਉਹਦੇ ਕਰਕੇ ਵੀ ਗੈਸਟ ਨੇ ਜਿਹੜੇ ਉਹ ਗੁੱਸੇ ਹੋ ਜਾਂਦੇ ਨੇ। ਰੋਂਗ ਆਰਡਰ ਵਾਸ ਸਰਵਡ। ਸਮਟਾਈਮਸ ਕੀ ਹੁੰਦਾ, ਆਰਡਰ ਆ ਜਿਹੜਾ ਉਹ ਅਸੀਂ ਗਲਤ ਵੀ ਸਰਵ ਕਰ ਦਿੰਦੇ ਹਾਂ ਗੈਸਟ ਨੂੰ, ਇਸ ਚੀਜ਼ ਦਾ ਵੀ ਧਿਆਨ ਰੱਖਣਾ। ਬਿਲਿੰਗ ਵਾਜ਼ ਇਨਕੋਰੈਕਟ। ਕਈ ਵਾਰੀ ਬਿੱਲ ਹੀ ਗਲਤ ਆਪਾਂ ਗੈਸਟ ਨੂੰ ਦੇ ਦਿੰਦੇ ਹਾਂ, ਕਈ ਵਾਰੀ ਵੱਧ ਲਗਾ ਕੇ ਜਾਂ ਕਈ ਵਾਰੀ ਘੱਟ ਲਗਾ ਕੇ। ਨਾਟ ਐਨਫ ਅਟੈਂਸ਼ਨ ਪੇਡ ਟੂ ਗੈਸਟ। ਸਮਟਾਈਮ ਸਾਡਾ ਜਿਹੜਾ ਰੈਸਟੋਰੈਂਟ ਆ ਉਹ ਇੰਨਾ ਬਿਜ਼ੀ ਆ ਕਿ ਅਸੀਂ ਗੈਸਟ ਨੂੰ ਚੰਗੇ ਤਰੀਕੇ ਨਾਲ ਉਹਨਾਂ ਨੂੰ ਅਟੈਂਸ਼ਨ ਨਹੀਂ ਦੇ ਸਕੇ। ਵੀ ਗਿਵ ਫਾਲਸ ਪ੍ਰੋਮਿਸਿਸ। ਸਮਟਾਈਮਸ ਅਸੀਂ ਕਹਿੰਦੇ ਹਾਂ ਕਿ ਵੀ ਆਰ ਪ੍ਰੋਵਾਈਡਿੰਗ ਬੂਫੇ ਫਾਰ 1599, ਬਟ ਉੱਥੇ ਜਦੋਂ ਗੈਸਟ ਪੇ ਕਰਨ ਲੱਗਦਾ ਤਾਂ ਜਿਹੜਾ ਬੂਫੇ ਆ ਉਹ 2000 ਦਾ ਹੋ ਜਾਂਦਾ। ਤਾਂ ਉਸ ਟਾਈਮ ਵੀ ਆਪਾਂ ਪਹਿਲਾਂ ਗਲਤ ਪ੍ਰੋਮਿਸ ਕੀਤਾ ਸੀ ਕਿ ਅਸੀਂ ਤੁਹਾਨੂੰ 1599 ਦੇ ਵਿੱਚ ਦੇਵਾਂਗੇ, ਬਟ ਅਸੀਂ ਉਹਨਾਂ ਤੋਂ ਲੈ 2000 ਰਹੇ ਹਾਂ। ਮਿਕਸ ਅਪ ਇਨ ਰਿਜ਼ਰਵੇਸ਼ਨਸ। ਕਈ ਵਾਰੀ ਰਿਜ਼ਰਵੇਸ਼ਨ ਉਹਨਾਂ ਦੀ ਜਿਹੜੀ ਬੁਕਿੰਗ ਆ ਉਹ ਗਲਤ ਹੋ ਜਾਂਦੀ ਆ, ਕਿਸੇ ਹੋਰ ਦੇ ਨਾਲ ਮਿਕਸ ਹੋ ਜਾਂਦੀ ਆ। ਪੂਅਰ ਫੂਡ ਹਾਈਜੀਨ। ਕਈ ਵਾਰੀ ਸਾਡਾ ਜਿਹੜਾ ਫੂਡ ਆ ਅਸੀਂ ਗੈਸਟ ਨੂੰ ਪ੍ਰੋਵਾਈਡ ਕਰ ਰਹੇ ਹਾਂ ਉਹ ਹਾਈਜੀਨਿਕ ਨਹੀਂ ਹੁੰਦਾ। ਠੀਕ ਹੈ, ਉਸ 'ਚ ਕੁਛ ਨਾ ਕੁਛ ਅਨਹਾਈਜੀਨਿਕ ਪਾਰਟ ਆ ਜਿਹੜਾ ਉਹ ਆ ਜਾਂਦਾ, ਇਸ ਕਰਕੇ ਇਹਦੇ ਕਰਕੇ ਵੀ ਜਿਹੜਾ ਗੈਸਟ ਆ ਉਹ ਗੁੱਸੇ ਹੋ ਸਕਦਾ। ਗੈਸਟ ਆਰ ਇਨ ਬੈਡ ਮੂਡ ਹੈਵਿੰਗ ਅ ਬੈਡ ਡੇ। ਹੋ ਸਕਦਾ ਉਹਦੇ ਨਾਲ ਕੁਛ ਦਿਨ 'ਚ ਐਵੇਂ ਦਾ ਹੋਇਆ ਹੋਵੇ, ਉਹਦਾ ਮੂਡ ਆ ਜਿਹੜਾ ਉਹਦਾ ਖੁਦ ਦਾ ਹੀ ਮੂਡ ਨਾ ਸਹੀ ਹੋਵੇ, ਹੈ ਨਾ। ਇਹਨਾਂ ਚੀਜ਼ਾਂ ਕਰਕੇ ਕੀ ਆ, ਇਹ ਰੀਜ਼ਨਸ ਨੇ ਜਿਨ੍ਹਾਂ ਕਰਕੇ ਗੈਸਟ ਜਿਹੜਾ ਕੰਪਲੇਂਟ ਕਰਦਾ ਸਾਨੂੰ। ਹੁਣ ਅਸੀਂ ਗੈਸਟ ਦੀ ਜਿਹੜੀ ਕੰਪਲੇਂਟ ਆ ਉਹ ਕਿਵੇਂ ਹੈਂਡਲ ਕਰਾਂਗੇ। ਇਗਨੋਰ ਪਰਸਨਲ ਰਿਮਾਰਕਸ ਐਂਡ ਇਨਸਲਟਸ ਐਜ਼ ਦ ਗੈਸਟ ਇਜ਼ ਮੈਡ ਵਿਦ ਦ ਹੋਟਲ ਨਾਟ ਵਿਦ ਯੂ। ਇੱਥੇ ਅਸੀਂ ਆਪਣੀ ਪਰਸਨਲ ਚੀਜ਼ ਕੋਈ ਵੀ ਨਹੀਂ ਲੈ ਕੇ ਆਉਣੀ ਕਿ ਸਾਨੂੰ ਸਾਡੀ ਇਨਸਲਟ ਹੋਈ ਹੈ ਜਾਂ ਕੀ ਹੋਇਆ, ਕਿਉਂਕਿ ਉਸ ਟਾਈਮ ਗੈਸਟ ਆ ਜਿਹੜਾ ਉਹ ਸਾਡੇ 'ਤੇ ਸ਼ਾਊਟ ਨਹੀਂ ਕਰ ਰਿਹਾ, ਉਹ ਹੋਟਲ ਨੂੰ ਬੋਲ ਰਿਹਾ। ਟੈਲ ਗੈਸਟ ਦੈਟ ਯੂ ਵਿਲ ਹੈਲਪ ਇਫ ਦੇ ਗਿਵ ਯੂ ਅ ਚਾਂਸ। ਗੈਸਟ ਨੂੰ ਪੋਲਾਈਟਲੀ ਤੁਸੀਂ ਕਹੋ ਕਿ ਗਿਵ ਮੀ ਅ ਚਾਂਸ, ਤਾਂ I will sort out the problem. Listen carefully, ask questions so you understand the problem. ਸਭ ਤੋਂ ਪਹਿਲਾਂ ਗੈਸਟ ਨੂੰ ਜਿਹੜਾ ਪੂਰੇ ਧਿਆਨ ਦੇ ਨਾਲ ਸੁਣੋ, ਐਂਡ ਫਿਰ ਜਿਹੜੀਆਂ ਆਪਣੀਆਂ ਪ੍ਰੋਬਲਮਸ ਨੇ ਉਹ ਦੱਸੋ। ਉਹਦੀਆਂ ਪ੍ਰੋਬਲਮਸ ਨੇ ਜਿਹੜੀਆਂ ਉਹ ਧਿਆਨ ਨਾਲ ਸੁਣੋ ਅਤੇ ਉਹਨੂੰ ਸੌਰਟ ਆਊਟ ਕਰਨ ਦੀ ਕੋਸ਼ਿਸ਼ ਕਰੋ। ਰਿਮੈਂਬਰ ਦੈਟ ਯੂ ਕੈਨ ਹੈਲਪ ਇਫ ਯੂ ਹੈਵ ਨੋ ਫੈਕਟਸ। ਇਹ ਧਿਆਨ ਰੱਖੋ ਕਿ ਤੁਹਾਡਾ ਜਿਹੜਾ ਮੇਨ ਮੋਟਿਵ ਉਹ ਸਿਰਫ ਗੈਸਟ ਦੀ ਹੈਲਪ ਕਰਨਾ। ਅਪੋਲੋਜਾਈਜ਼ ਕਰੋ, ਸੌਰੀ ਫੀਲ ਕਰੋ ਉਹਨੂੰ। ਟਰਾਈ ਟੂ ਰਿਮੇਨ ਕਾਮ ਐਟ ਆਲ ਦ ਟਾਈਮ। ਸਾਨੂੰ ਪਤਾ ਕਿ ਜਿਹੜਾ ਗੈਸਟ ਆ ਉਹ ਗੁੱਸੇ ਦੇ ਵਿੱਚ ਆ, ਇਸ ਕਰਕੇ ਅਸੀਂ ਖੁਦ ਸ਼ਾਂਤ ਰਹਿਣਾ ਅਤੇ ਗੈਸਟ ਨੂੰ ਧਿਆਨ ਨਾਲ ਸੁਣਨਾ। ਬੀ ਓਨੈਸਟ ਐਜ਼ ਯੂ ਹੈਂਡਲ ਦ ਸਿਚੁਏਸ਼ਨ। ਬਿਲਕੁਲ ਤੁਸੀਂ ਇਮਾਨਦਾਰ ਹੋ ਕੇ ਉਸ ਸਿਚੁਏਸ਼ਨ ਨੂੰ ਹੈਂਡਲ ਕਰਨਾ, ਕੋਈ ਵੀ ਪਾਰਸ਼ੀਅਲ ਡਿਸੀਜ਼ਨ ਆ ਜਿਹੜਾ ਉਹ ਨਹੀਂ ਲੈਣਾ। ਕਸਟਮਰ ਅਸਿਸਟੈਂਸ ਸਰਵਿਸ ਜੋ ਹੈ ਇਹ ਡਿਜ਼ਨੀ ਸਰਵਿਸ ਮਾਡਲ ਦੇ ਅਕੋਰਡਿੰਗ ਸਰਵਿਸ ਦਾ ਮੀਨਿੰਗ ਹੁੰਦਾ ਕੀ ਹੈ। ਆਲਵੇਜ਼ ਸਮਾਈਲ ਰੱਖੋ, ਆਈ ਕੰਟੈਕਟ ਬਣਾ ਕੇ ਰੱਖੋ, ਰਿਸਪੈਕਟ ਕਰੋ ਐਂਡ ਵੈਲਕਮ ਕਰੋ ਗੈਸਟ ਦੀ। ਵੈਲਿਊ ਦਾ ਮੈਜਿਕ, ਉਹਨੂੰ ਬਿਲਕੁਲ ਜਾਦੂਈ ਤਰੀਕੇ ਦੇ ਨਾਲ ਆਪਣਾ ਜੋ ਸਰਵਿਸਿਸ ਅਸੀਂ ਪ੍ਰੋਵਾਈਡ ਕਰਦੇ ਹਾਂ ਉਹ ਸ਼ੋਅ ਕਰੋ। ਗੈਸਟ ਨੂੰ ਜਿਹੜਾ ਕੰਟੈਕਟ ਆ ਉਹ ਇਨੀਸ਼ੀਏਟ ਕਰੋ, ਖੁਦ ਜਾ ਕੇ ਗੈਸਟ ਦੇ ਨਾਲ ਗੱਲ ਕਰੋ। ਕ੍ਰੀਏਟਿਵ ਸਰਵਿਸ ਸਲਿਊਸ਼ਨਸ, ਜਿਹੜੇ ਸਲਿਊਸ਼ਨਸ ਨੇ ਉਹ ਇੱਕ ਕ੍ਰੀਏਟਿਵ ਮੈਨਰ ਦੇ ਨਾਲ ਕਰੋ। ਅਤੇ ਆਲਵੇਜ਼ ਸੇ ਥੈਂਕ ਯੂ ਇਨ ਦ ਐਂਡ। And I also say thank you to all of you for listening me. I hope you understand the whole unit. All the best.